Hello students, today's topic is foreign exchange exposure and management। देखो ਜਦੋਂ ਅਸੀਂ ਫੋਰਨ ਐਕਸਚੇਂਜ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਪਤਾ ਹੈ ਕਿ ਫੋਰਨ ਐਕਸਚੇਂਜ ਫਲਕਚੁਏਟ ਹੁੰਦੀ ਰਹਿੰਦੀ ਹੈ। ਉਹਦੇ 'ਚ ਜਿਹੜੇ ਫੋਰਨ ਐਕਸਚੇਂਜ ਰੇਟਸ ਨੇ ਉਹ ਕਨਸਟੈਂਟ ਨਹੀਂ ਰਹਿੰਦੇ, ਕਿਸੇ ਨਾ ਕਿਸੇ ਰੀਜ਼ਨ ਕਰਕੇ, ਐਕਸਟਰਨਲ ਫੋਰਸਿਸ ਕਰਕੇ, ਇੰਟਰਨਲ ਫੋਰਸਿਸ ਕਰਕੇ, ਮਤਲਬ ਕੋਈ ਨਾ ਕੋਈ ਰੀਜ਼ਨ ਕਰਕੇ ਉਹ ਚੇਂਜ ਹੁੰਦੇ ਰਹਿੰਦੇ ਨੇ। ਤਾਂ ਜਿਹੜੇ ਫੋਰਨ ਐਕਸਚੇਂਜ ਐਕਸਪੋਜ਼ਰ ਆ ਉਹਨਾਂ ਦਾ ਬੇਸਿਕਲੀ ਰੀਜ਼ਨ ਕੀ ਹੁੰਦਾ ਹੈ? Fluctuations in exchange rate beyond anticipation cause foreign exchange exposure। ठीक है, ਹੁਣ ਕਿਉਂਕਿ ਸਾਨੂੰ ਪਤਾ ਹੈ ਕਿ ਫਲਕਚੁਏਸ਼ਨ ਤਾਂ ਹੋਣੀ ਹੀ ਹੋਣੀ ਆ, ਪਰ ਅਸੀਂ ਉਹਨਾਂ ਫਲਕਚੁਏਸ਼ਨ ਦਾ ਇੱਕ ਸਟੈਂਡਰਡ ਸੈੱਟ ਕਰ ਲੈਂਦੇ ਹਾਂ, ਇੱਕ ਅਸੀਂ ਐਂਟੀਸੀਪੇਸ਼ਨ ਲਾ ਲੈਂਦੇ ਹਾਂ, ਉਹਨਾਂ ਦਾ ਐਸਟੀਮੇਸ਼ਨ ਕਰ ਲੈਂਦੇ ਹਾਂ ਕਿ ਇੱਥੇ ਤੱਕ ਆ ਜਿਹੜੇ ਰੇਟਸ ਆ ਉਹ ਰਹਿਣ ਦੀ ਪੋਸੀਬਿਲਿਟੀ ਆ। ਪਰ ਜਦੋਂ ਜਿਹੜੇ ਰੇਟਸ ਨੇ ਸਾਡੀਆਂ ਐਂਟੀਸੀਪੇਸ਼ਨਸ ਤੋਂ ਬਹੁਤ ਅੱਗੇ ਚਲੇ ਜਾਂਦੇ ਨੇ, ਬਿਯੋਂਡ ਹੋ ਜਾਂਦੇ ਨੇ, ਤਾਂ ਉਹਨਾਂ ਨੂੰ ਕਹਿ ਦਿੰਦੇ ਨੇ ਫੋਰਨ ਐਕਸਚੇਂਜ ਐਕਸਪੋਜ਼ਰ। ਮਤਲਬ ਉਹ ਰੀਜ਼ਨ ਕਰਕੇ ਸਾਡੇ ਕੋਲੇ ਐਕਸਪੋਜ਼ਰਸ ਨੇ ਜਿਹੜੇ ਉਹ ਐਗਜ਼ਿਸਟ ਹੁੰਦੇ ਨੇ। ਫਰਮਸ ਹੂ ਆਰ ਇਨਵੋਲਵਡ ਇਨ ਇੰਟਰਨੈਸ਼ਨਲ ਟ੍ਰਾਂਜੈਕਸ਼ਨਸ ਔਰ ਆਪਰੇਸ਼ਨਸ ਹੈਵ ਟੂ ਫੇਸ ਫੋਰਨ ਐਕਸਚੇਂਜ ਗੇਨ ਔਰ ਲਾਸ। ਉਹ ਸਾਰੀਆਂ ਫਰਮਸ ਜਿਹੜੀਆਂ ਕਿ ਟ੍ਰਾਂਜੈਕਸ਼ਨ 'ਚ, ਇੰਟਰਨੈਸ਼ਨਲ ਟ੍ਰਾਂਜੈਕਸ਼ਨ 'ਚ ਇਨਵੋਲਵਡ ਆ, ਉਹਨਾਂ ਨੂੰ ਫੋਰਨ ਐਕਸਚੇਂਜ ਦੇ ਜਿਹੜੇ ਲਾਸ ਔਰ ਗੇਨ ਨੇ ਉਹ ਫੇਸ ਕਰਨੇ ਪੈਂਦੇ ਨੇ। ਦੈਰਫੋਰ ਮੈਨੇਜਮੈਂਟ ਮਸਟ ਬੀ ਅਵੇਅਰ ਆਫ ਦ various techniques of dealing the foreign exchange rates which are known as hedging the risk। ठीक है, रिस्क ਨੂੰ ਹੈਜ ਕਰਨਾ ਮਤਲਬ ਉਹਨੂੰ ਕੰਟਰੋਲ ਕਰਨਾ ਇੱਕ ਤਰ੍ਹਾਂ ਨਾਲ। ਲਿਮਿਟਿੰਗ ਦਾ ਪ੍ਰੋਬੇਬਿਲਿਟੀ ਆਫ ਰਿਸਕ, ਕਿ ਉਹਨੂੰ ਲਿਮਿਟ ਕਰ ਲੈਣਾ ਕਿ ਇਹਦੀ ਜਿਹੜੀ ਅਕਰੈਂਸ ਆ ਉਹਦੀ ਜਿਹੜੀ ਫ੍ਰੀਕੁਐਂਸੀ ਉਹਨੂੰ ਘੱਟ ਕਰ ਦੇਣਾ। ਦੈਟ ਇਜ਼ ਨੋਨ ਐਜ਼ ਹੈਜਿੰਗ ਬੇਸਿਕਲੀ। ਟਾਈਪਸ ਆਫ ਫੋਰਨ ਐਕਸਚੇਂਜ ਐਕਸਪੋਜ਼ਰ, ਸਾਡੇ ਕੋਲੇ ਤਿੰਨ ਤਰ੍ਹਾਂ ਦੀਆਂ ਟਾਈਪਸ ਨੇ ਫੋਰਨ ਐਕਸਚੇਂਜ ਐਕਸਪੋਜ਼ਰ ਦੀਆਂ। ਫਸਟ ਹੈਗੀ ਆ ਟ੍ਰਾਂਜੈਕਸ਼ਨ ਐਕਸਪੋਜ਼ਰ। ਦੇਖੋ ਐਜ਼ ਦਾ ਨੇਮ ਸਜੈਸਟ, ਟ੍ਰਾਂਜੈਕਸ਼ਨ ਮਤਲਬ ਕਿਸੇ ਨਾ ਕਿਸੇ ਟ੍ਰਾਂਜੈਕਸ਼ਨ ਕਰਕੇ ਇਹਦੀ ਅਕਰੈਂਸ ਹੁੰਦੀ ਆ। ਇਟ ਮੈਜ਼ਰਸ ਦਾ ਇਫੈਕਟ ਆਫ ਐਕਸਚੇਂਜ ਰੇਟ ਚੇਂਜ on outstanding obligations that existed before exchange rate changed but were settled after the exchange rate changes। ਕਿਹਨੂੰ ਮੈਜ਼ਰ ਕਰਨਾ ਹੁੰਦਾ ਕਿ ਐਕਸਚੇਂਜ ਰੇਟ ਦਾ ਜਿਹੜਾ ਅਫੈਕਟ ਹੁੰਦਾ ਔਨ ਆਊਟਸਟੈਂਡਿੰਗ ਓਬਲੀਗੇਸ਼ਨ ਕਿਹੜੀ, ਜਿਹੜਾ ਰੇਟ ਦੇ ਵਿੱਚ ਚੇਂਜ ਹੋਣ ਤੋਂ ਪਹਿਲਾਂ ਤੇ ਚੇਂਜ ਹੋਣ ਤੋਂ ਬਾਅਦ ਦੇ ਵਿੱਚ ਦਾ ਜਿਹੜਾ ਡਿਫਰੈਂਸ ਆਊਗਾ ਉਹਨੂੰ ਕੀ ਕਹਾਂਗੇ? ਟ੍ਰਾਂਜੈਕਸ਼ਨ ਐਕਸਪੋਜ਼ਰ। ਤੇ ਜਿਹੜਾ ਡਿਫਰੈਂਸ ਆ ਉਹ ਨੈਗੇਟਿਵ ਹੋ ਸਕਦਾ, ਪੋਜ਼ੀਟਿਵ ਵੀ ਹੋ ਸਕਦਾ, ਮਤਲਬ ਸਾਨੂੰ ਗੇਨ ਔਰ ਲਾਸ ਦੋਨਾਂ ਚੀਜ਼ਾਂ ਦੀ ਜਿਹੜੀ ਪੋਸੀਬਿਲਿਟੀ ਹੁੰਦੀ ਆ। ਦੇਖੋ ਇੱਕ ਐਗਜ਼ਾਮਪਲ ਦੀ ਹੈਲਪ ਨਾਲ ਦੱਸਦੇ ਹਾਂ ਤੁਹਾਨੂੰ। ਮੰਨ ਲਓ ਤੁਸੀਂ 1 ਲੱਖ ਡਾਲਰ ਦੀਆਂ ਤੁਸੀਂ ਕੋਮੋਡਿਟੀਜ਼ ਕੋਈ ਪਰਚੇਜ਼ ਕਰ ਲਈਆਂ ਤੇ ਕੋਮੋਡਿਟੀ 'ਚ ਤੁਸੀਂ ਐਗਰੀਮੈਂਟ ਕਰ ਲਿਆ। ਜਦੋਂ ਤੁਸੀਂ ਐਗਰੀਮੈਂਟ ਕੀਤਾ ਉਦੋਂ ਤੁਹਾਡੇ ਕੋਲ ਰੁਪੀ ਦੀ ਵੈਲਿਊ ਸੀਗੀ 70। ਠੀਕ ਹੈ, ਐਗਰੀਮੈਂਟ ਤੁਸੀਂ ਇਹ ਕੀਤਾ ਕਿ 1 ਮਹੀਨੇ ਬਾਅਦ ਇਹ ਜਿਹੜੀ ਪੇਮੈਂਟ ਆ, ਇਹ ਪਰਟੀਕੂਲਰ ਜਿਹੜੀਆਂ ਕੋਮੋਡਿਟੀਜ਼ ਮੈਂ ਲਈਆਂ ਹੋਈਆਂ ਨੇ, ਜੋ ਵੀ ਮੈਂ ਪਰਚੇਜ਼ ਕੀਤਾ, ਇਹਦੀ ਪੇਮੈਂਟ 1 ਮਹੀਨੇ ਬਾਅਦ ਮੈਂ ਕਰੂੰਗਾ। ਜਿਵੇਂ ਆਪਾਂ ਵੀ ਹੈਵ ਡਨ ਫਿਊਚਰ ਐਂਡ ਫਾਰਵਰਡਸ, ਠੀਕ ਹੈ, ਉਹਨਾਂ 'ਚ ਸਾਰੀਆਂ ਚੀਜ਼ਾਂ ਇਹ ਡਿਫਾਈਨਡ ਨੇ। ਤਾਂ ਜਦੋਂ ਇਹਨੇ ਉਹ ਚੀਜ਼ਾਂ ਲਈਆਂ, ਮਤਲਬ ਕੋਮੋਡਿਟੀਜ਼ ਇਹਨੇ ਪਰਚੇਜ਼ ਕੀਤੀਆਂ, ਉਦੋਂ ਰੁਪੀ ਦੀ ਵੈਲਿਊ 70 ਸੀ। ਪਰ 1 ਮਹੀਨੇ ਬਾਅਦ ਜਦੋਂ ਇਹਨੇ ਕੀ ਕਰਨੀ ਸੀ, ਸੈਟਲਮੈਂਟ ਦੀ ਡੇਟ ਆਈ, ਉਦੋਂ ਕੀ ਹੋਇਆ, ਇਹਦੀ ਜਿਹੜੀ ਸਾਡੀ ਰੁਪੀ ਦੀ ਵੈਲਿਊ ਆ ਉਹ 72 ਹੋ ਗਈ। ਠੀਕ ਆ, ਹੁਣ ਇੱਥੇ ਕੀ ਹੋਊਗਾ ਕਿ ਪਹਿਲਾਂ ਜਦੋਂ ਮਤਲਬ ਅਗਰੀਮੈਂਟ ਹੋਇਆ ਤਾਂ 70 ਵੈਲਿਊ ਸੀ, ਦੈਟ ਮੀਨਸ ਉਹਨੂੰ 70 ਲੱਖ ਦੇਣੇ ਪੈਣੇ ਸੀ। ਪਰ ਹੁਣ ਕੀ ਹੋਇਆ, ਐਟ ਦ ਟਾਈਮ ਆਫ ਸੈਟਲਮੈਂਟ ਫਲਕਚੁਏਸ਼ਨਸ ਆਈਆਂ। ਠੀਕ ਹੈ, ਰੁਪੀ ਦੀ ਵੈਲਿਊ ਆ ਜਿਹੜੀ ਉਹ ਕੀ ਹੋ ਗਈ, ਡਿਕਰੀਜ਼ ਹੋਈ ਆ। ਬੇਸਿਕਲੀ ਡਿਕਰੀਜ਼ ਹੋਈ ਆ। ਜਦੋਂ ਵੈਲਿਊ ਡਿਕਰੀਜ਼ ਹੁੰਦੀ ਆ ਉਦੋਂ ਅਸੀਂ ਕੀ ਹੁੰਦੇ ਆ, ਜ਼ਿਆਦਾ ਪੈਸੇ ਦੇਣੇ ਹੁੰਦੇ, 72 ਦੇਣੇ ਆ, ਕਿਉਂਕਿ ਰੁਪੀ ਦੀ ਵੈਲਿਊ ਕੰਪੈਰੀਟਿਵਲੀ ਘੱਟ ਹੋ ਗਈ ਡਾਲਰ ਦੇ ਕੰਪੈਰੀਟਿਵਲੀ। ਤਾਂ ਪਹਿਲਾਂ ਜਿੱਥੇ ਅਸੀਂ 70 ਲੱਖ ਦੇਣੇ ਸੀ, ਹੁਣ ਅਸੀਂ 72 ਲੱਖ ਦੇਣੇ ਆ। ਇਹਦਾ ਮਤਲਬ ਇਹ ਦੋਨਾਂ ਚੀਜ਼ਾਂ ਦਾ ਜਿਹੜਾ ਦੋਨੋਂ ਮਤਲਬ ਕਿ ਸੈਟਲਮੈਂਟ ਹੋਣ ਤੋਂ, ਮਤਲਬ ਐਗਰੀਮੈਂਟ ਹੋਣ ਤੋਂ ਸੈਟਲਮੈਂਟ ਹੋਣ ਤੱਕ ਉਹਦੇ ਵਿੱਚ ਦਾ ਜਿਹੜਾ ਡਿਫਰੈਂਸ ਆ ਗਿਆ 2 ਲੱਖ ਦਾ, ਦੈਟ ਇਜ਼ ਨੋਨ ਐਜ਼ ਟ੍ਰਾਂਜੈਕਸ਼ਨ ਐਕਸਪੋਜ਼ਰ। ਠੀਕ, ਤੇ ਸੈਕਿੰਡ ਸਾਡੇ ਕੋਲੇ ਹੈਗਾ ਹੈ ਟ੍ਰਾਂਸਲੇਸ਼ਨ ਐਕਸਪੋਜ਼ਰ। ਇਹਨੂੰ ਅਕਾਊਂਟਿੰਗ ਐਕਸਪੋਜ਼ਰ ਵੀ ਕਿਹਾ ਜਾਂਦਾ। ਇਟ ਰੈਫਰਸ ਟੂ ਗੇਨ ਔਰ ਲੌਸਿਸ ਕਾਜ਼ਡ ਬਾਈ ਦਾ ਟ੍ਰਾਂਜੈਕਸ਼ਨ ਆਫ ਫੋਰਨ ਕਰੰਸੀ ਐਸੈਟਸ ਐਂਡ ਲਾਇਬਿਲਿਟੀਜ਼ ਇਨਟੂ ਦਾ ਕਰੰਸੀ ਆਫ ਦ ਪੇਰੈਂਟ ਕੰਪਨੀ ਫॉर ਕੰਸੋਲੀਡੇਸ਼ਨ ਪਰਪਸ। ਇਹ ਕਦੋਂ ਅਕਰ ਹੁੰਦਾ? ਇੱਕ ਤਰ੍ਹਾਂ ਦਾ ਇਹਦੇ 'ਚ ਕੋਈ ਵੀ ਵੀ ਕੈਨ ਸੇ ਕਿ ਸਿਕਿਉਰਿਟੀ ਐਕਸਚੇਂਜ ਦਾ ਕੋਈ ਇਹਦੇ 'ਚ ਕੀ ਕਹਿ ਸਕਦੇ ਹਾਂ ਅਸੀਂ, ਕੁਆਲਿਟੀ ਨਹੀਂ ਹੈਗੀ। ਦਿਸ ਇਜ਼ ਅ ਅਕਾਊਂਟਿੰਗ ਟਾਈਪ ਆਫ ਐਕਸਪੋਜ਼ਰ, ਤਾਂ ਹੀ ਇਹਨੂੰ ਅਕਾਊਂਟਿੰਗ ਐਕਸਪੋਜ਼ਰ ਵੀ ਕਹਿੰਦੇ ਆ। ਇਹਦੇ ਵਿੱਚ ਕੀ ਹੁੰਦਾ,
ਅਸੀਂ ਕੀ ਕਰਨਾ ਹੁੰਦਾ, ਜਿਹੜੇ ਸਾਡੇ ਗੇਨ ਔਰ ਲॉसेस ਹੁੰਦੇ ਨੇ ਕਿਹਦੇ ਕਰਕੇ, ਕਾਸਡ ਬਾय ਟਰਾਂਸਲੇਸ਼ਨ ਆਫ ਦ ਫੋਰਨ ਐਕਸਚੇਂਜ ਕਰੰਸੀ, ਜਿਹੜੇ ਫੋਰਨ ਐਕਸਚੇਂਜ ਕਰੰਸੀ ਦੇ ਐਸੈਟਸ ਐਂਡ ਲਾਇਬਿਲਿਟੀਜ਼ ਹੁੰਦੇ ਨੇ, ਜਦੋਂ ਅਸੀਂ ਇਹਨਾਂ ਨੂੰ ਟਰਾਂਸਲੇਟ ਕਰਦੇ ਹਾਂ ਇਨਟੂ ਦ ਕਰੰਸੀ ਆਫ ਦ ਪੇਰੈਂਟ ਕੰਪਨੀ ਦੀ ਕਰੰਸੀ 'ਚ ਜਦੋਂ ਟਰਾਂਸਲੇਟ ਕਰਦੇ ਹਾਂ ਅਸੀਂ ਕੰਸੋਲੀਡੇਟ ਕਰਨ ਦੇ ਪਰਪਸ ਲਈ, ਉਦੋਂ ਜਿਹੜੀਆਂ ਫਲਕਚੁਏਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਟਰਾਂਸਲੇਸ਼ਨ ਐਕਸਪੋਜ਼ਰਸ ਕਹਿੰਦੇ ਨੇ। ਟਰਾਂਸਲੇਟ foreign currency assets and liabilities into the home currency for the purpose of finalizing the account। ਜਦੋਂ ਅਸੀਂ ਪੂਰਾ ਕਨਕਲੂਡ ਕਰਨਾ ਹੁੰਦਾ ਨਾ, ਅਕਾਊਂਟ ਨੂੰ ਫਾਈਨਲਾਈਜ਼ ਕਰਨਾ ਹੁੰਦਾ, ਉਦੋਂ ਅਸੀਂ ਕੀ ਕਰਦੇ ਹਾਂ, ਸਾਰੀਆਂ ਜਿਹੜੀਆਂ ਸਾਡੇ ਫੋਰਨ ਕਰੰਸੀ ਦੇ ਐਸੈਟਸ ਐਂਡ ਲਾਇਬਿਲਿਟੀਜ਼ ਹੁੰਦੇ ਨੇ ਉਹਨੂੰ ਅਸੀਂ ਹੋਮ ਕਰੰਸੀ ਦੇ ਵਿੱਚ ਕੀ ਕਰ ਦਿੰਦੇ ਹਾਂ, ਟ੍ਰਾਂਸਫਰ ਕਰ ਦਿੰਦੇ ਹਾਂ। ਠੀਕ ਹੈ, ਫਾਈਨਲਾਈਜ਼ ਕਰਨ ਦੇ ਪਰਪਸ ਲਈ ਅਕਾਊਂਟਸ ਨੂੰ। ਤਾਂ ਟਿਪੀਕਲ ਐਗਜ਼ਾਮਪਲ ਕੀ ਹੋਊਗੀ ਇਹਦੀ, ਟਰਾਂਸਲੇਸ਼ਨ ਐਕਸਪੋਜ਼ਰ, ਮਤਲਬ ਐਕਸਪੋਜ਼ਰ ਇਜ਼ ਦ ਟਰੀਟਮੈਂਟ ਆਫ ਫੋਰਨ ਕਰੰਸੀ ਲੋਨਸ। ਜਦੋਂ ਤੁਸੀਂ ਕੀ ਕਰਦੇ ਹੋ, ਤੁਹਾਡੇ ਜਿਹੜੇ ਫੋਰਨ ਐਕਸਚੇਂਜ ਕੋਈ ਲਾਇਬਿਲਿਟੀ ਆ, ਕੋਈ ਐਸੈਟਸ ਆ, ਉਹਨੂੰ ਤੁਸੀਂ ਕੰਸੋਲੀਡੇਸ਼ਨ ਦੇ ਪਰਪਸ ਨਾਲ ਟ੍ਰਾਂਸਫਰ ਕਰਦੇ ਹੋ, ਦੈਟ ਇਜ਼ ਨੋਨ ਐਜ਼ ਟਰਾਂਸਲੇਸ਼ਨ ਐਕਸਪੋਜ਼ਰ। ਜਿਵੇਂ ਦੇਰ ਇਜ਼ ਐਗਜ਼ਾਮਪਲ ਇਨ ਯੂਰ ਬੁੱਕ, ਇੱਥੇ ਐਗਜ਼ਾਮਪਲ ਗਿਵਨ ਆ ਇੱਕ, ਦੇਖੋ here is the example, देखो an Indian company operates in India, Thailand and Australia. Its Indian operation alone, ਕੱਲੇ ਉਹਦੇ ਇੰਡੀਅਨ ਆਪਰੇਸ਼ਨ ਦੀ ਅਸੀਂ ਯੀਲਡ ਦੇਖੀਏ, ਜੇ ਉਹਦੀ ਇਨਕਮ ਦੇਖੀਏ ਤਾਂ ਉਹ ਕੀ ਆ, ਨੈਟ ਰਿਟਰਨ ਔਨ ਕੈਪੀਟਲ ਇੰਪਲਾਇਮੈਂਟ 32% ਆ, ਤੇ ਐਸੈਟ ਟਰਨਓਵਰ ਰੇਸ਼ੋ ਆ ਜਿਹੜੀ 11% ਆ। ਰਿਜ਼ਲਟ ਆਫ ਦ ਆਪਰੇਸ਼ਨ, ਹੁਣ ਉਹਦੇ ਹੀ ਆਪਰੇਸ਼ਨ ਥਾਈਲੈਂਡ 'ਚ ਵੀ ਚੱਲ ਰਹੇ ਨੇ ਤੇ ਆਸਟ੍ਰੇਲੀਆ 'ਚ ਵੀ ਚੱਲ ਰਹੇ ਨੇ, ਬੇਸਡ ਔਨ ਦ ਰਿਸਪੈਕਟਿਵ ਕਰੰਸੀਜ਼ ਆਰ ਆਲਸੋ ਅ ਸਿਮਿਲਰ ਲਾਈਨਸ। ਇਟਸ ਕੰਸੋਲੀਡੇਸ਼ਨ ਰਿਜ਼ਲਟ ਇਨ ਰੁਪੀ ਇਨਕਲੂਡਿੰਗ ਥਾਈਲੈਂਡ ਐਂਡ ਆਸਟ੍ਰੇਲੀਅਨ ਆਪਰੇਸ਼ਨਸ ਰਿਫਲੈਕਟ। ਇਹਦੇ ਨਾਲ ਕੀ ਹੋਊਗਾ, ਜਦੋਂ ਤੁਸੀਂ ਕੰਸੋਲੀਡੇਟ ਕਰੋਗੇ ਨਾ ਉਹਨਾਂ ਦੋਨਾਂ ਨੂੰ, ਥਾਈਲੈਂਡ ਤੇ ਜਿਹੜੇ ਆਸਟ੍ਰੇਲੀਆ ਦੇ ਆਪਰੇਸ਼ਨ ਹੋਣਗੇ, ਤਾਂ ਇਹ ਕੀ ਕਰੂਗਾ, ਇਹ ਜਿਹੜੀ ਨੈਟ ਰਿਟਰਨ ਕੈਪੀਟਲ ਇੰਪਲਾਈਡ ਆ ਤੇ ਜਿਹੜੀ ਤੁਹਾਡੀ ਟਰਨਓਵਰ ਰੇਸ਼ੋ ਆ ਉਹਨੂੰ ਰਿਫਲੈਕਟ ਕਰੂਗਾ, ਤੇ ਇਹ ਸਾਡੀ ਕੀ ਹੋਊਗੀ, ਰਿਫਲੈਕਟ ਹੋ ਕੇ 27% ਹੋ ਜੂਗੀ ਫਰੋਮ 32%, ਐਂਡ ਦ ਐਸੈਟ ਟਰਨਓਵਰ ਰੇਸ਼ੋ ਵਿਲ ਬੀ 9.3% ਫਰੋਮ 11 ਟਾਈਮਸ, 9.3 ਟਾਈਮਸ ਹੋ ਜੂਗੀ 11 ਟਾਈਮਸ ਤੋਂ। ਮਤਲਬ ਕੀ ਹੋਇਆ, ਦਿਸ ਐਗਰੀਗੇਟ ਰਿਜ਼ਲਟ ਵਿਲ ਬ੍ਰਿੰਗ ਡਾਊਨ ਦ ਵੈਲਿਊ ਆਫ ਦ ਫਰਮਸ, ਕਿ ਜਦੋਂ ਤੁਸੀਂ ਕੰਸੋਲੀਡੇਟ ਕਰਦੇ ਹੋ ਨਾ ਕਿਤੇ ਤੁਹਾਡੀ ਜਿਹੜੀ ਐਕਚੁਅਲ ਵੈਲਿਊ ਆ ਉਹਦੇ ਵਿੱਚ ਕੀ ਹੁੰਦੀਆਂ ਨੇ, ਫਲਕਚੁਏਸ਼ਨਸ ਆਉਂਦੀਆਂ ਨੇ, ਦੈਟ ਇਜ਼ ਨੋਨ ਐਜ਼ translation exposure. And a third exposure is economic exposure. It refers to the extent to which the economic value of the company can decline due to the change in exchange rate. ठीक है, एक्सचेंज रेट च चेंज आने नाल साडी इकनॉमिक वैल्यू दे विच कितना फर्क जिहड़ा आउंदा, डिफरेंस आउंदा, किन्नी ओह डिक्लाइन करदी आ, उहनूं इकनॉमिक एक्सपोजर कह दिंदे आ। It is the overall impact of exchange rate changes on the value of the firm. थोड़ी फर्म की वैल्यू के उपर एक्सचेंज रेट नाल चेंज होने नाल जिन्ने भी सारे चेंजिस आते हैं उन्हों का ओवरऑल इंपैक्ट आ जिहड़ा जो पैंदा थोड़ी फर्म ते, दैट उन्होंने की कहने असी इकनॉमिक एक्सपोजर। The essence of economic exposures is that exchange rate changes significantly alter the cost of firm। देखो जो एक्सचेंज रेट चेंज होणगे सिग्निफिकेंटली ਉਹਦੇ ਨਾਲ ਕੀ ਹੋਊਗਾ, alter ਹੋਊਗਾ, चेंज होगा, की चेंज होगा, cost of firms inputs ਤੇ ਇਨਪੁਟਸ ਚੇਂਜ ਹੋਣ ਦੀ ਕਾਸਟ ਚੇਂਜ ਹੋਊਗੀ, ਉਹਦੇ ਨਾਲ ਕੀ ਹੋਊਗਾ, ਤੁਹਾਡੀ ਜਿਹੜੀ ਆਊਟਪੁੱਟ ਆ ਉਹਦੇ ਪ੍ਰਾਈਸਿਸ ਵੀ ਚੇਂਜ ਹੋਣਗੇ। देयरफॉर इन्फ्लुएंस द कॉम्पीटेटिव पोजीशन सबसटेंशियली। हुण प्राइस च भी चेंज आऊगा, दैट मीनस की होऊगा थोड़े प्राइस इंक्रीज होए तो थोड़ी डिमांड ते भी फर्क पऊगा। ठीक है, वो सारे जिहड़े साडे इंपैक्ट्स ने उन्हां सारा दा जिहड़ा एग्रीगेट होऊगा, ਉਹ ਜਿਹੜਾ ਐਗਰੀਗੇਟ ਇੰਪੈਕਟ ਪਊਗਾ ਉਹਨੂੰ ਅਸੀਂ ਇਕਨੋਮਿਕ ਐਕਸਪੋਜ਼ਰ ਕਹਿੰਦੇ ਆ। ਜਿਵੇਂ ਦੇਖੋ ਸਾਡੇ ਕੋਲ ਟਰਾਂਸਲੇਸ਼ਨ ਐਕਸਪੋਜ਼ਰ ਇੱਥੇ ਕੀ ਆਇਆ ਸੀਗਾ, 2 ਲੱਖ ਦਾ ਟਰਾਂਸਲੇਸ਼ਨ ਐਕਸਪੋਜ਼ਰ ਆਇਆ ਸੀ। ਹੁਣ ਸਿਰਫ ਇਹਦੇ ਨਾਲ ਇੰਨਾ ਕੁ ਤਾਂ ਨਹੀਂ ਹੋਊਗਾ, ਇਹਦੇ ਨਾਲ ਕੀ ਹੋ ਸਕਦਾ, ਫਲਕਚੁਏਸ਼ਨ ਨਾਲ ਇਟ ਵਿਲ ਇੰਪੈਕਟ ਔਨ ਬਿਜ਼ਨਸ ਤੇ ਵੀ ਇੰਪੈਕਟ ਪਾਉਣ ਗਿਆ ਹੈ। ਠੀਕ ਹੈ, ਉਹਦੇ ਨਾਲ ਕੀ ਹੋਊਗਾ, ਐਂਡ ਔਨ ਦਾ ਡਿਮਾਂਡ ਤੇ ਵੀ, ਐਜ਼ ਵੀ ਹੈਵ ਡਿਸਕਸ। ਠੀਕ ਹੈ, डिमांड ते भी इंपैक्ट होगा, वो इनक्रीज डिक्रीज भी हो सकती है। हुण साडे कोल ट्रांसलेशन एक्सपोजर हैगा 2 लाख का। ठीक है, मतलब मान लो डिमांड दे विच थोड़ी कोई फ्लक्चुएशन आउण नाल थोड़े कोल इहदा एक्सपोजर आ गया 1 लाख का, तो ये सारा जिहड़ा टोटल ते जिहड़ा एग्रीगेट एक्सपोजर होगा इहनूं असीं कहांगे इकनॉमिक एक्सपोजर। ठीक है, तो थोड़े जिहड़े तीनों एक्सपोजर ने ये इंपॉर्टेंट ने फॉरेन एक्सचेंज एक्सपोजर एंड मैनेजमेंट दे विच। अगे दा असीं फेर करांगे। नाउ हैव अ गुड डे अहेड।